मोहरन दे कारण नी मैं कैंठा कड़ोनिया। मोरन दे कारण नी मैं कैंठा कड़ोनिया। कैंठा पैनण दे वेले वे हंडावण दे वेले क्यों उड़ जाने वे मोरा। मोहरा क्यों उड़ जाने वे मोरा। क्यों उड़ जाने वे मोरा। ਕਾਂ ਤੇ ਮੋਰ ਦੋ ਅਜਿਹੇ ਪੰਛੀ ਨੇ ਜਿਨ੍ਹਾਂ ਦਾ ਪੰਜਾਬੀ ਜਨਜੀਵਨ ਦੇ ਵਿੱਚ ਬਹੁਤ ਭਰਵਾਂ ਜ਼ਿਕਰ ਆਉਂਦਾ ਹੈ। ਕਾਂ ਦੇ ਬਾਰੇ ਵਿੱਚ ਅਸੀਂ ਪਿੱਛੇ ਜਿਹੇ ਇੱਕ ਡਾਕੂਮੈਂਟਰੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਤੇ ਅੱਜ ਅਸੀਂ ਮੋਰ ਦੇ ਬਾਰੇ ਵਿੱਚ ਵਿਗਿਆਨਕ ਤੇ ਲੋਕਧਾਰਾਈ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ। ਸੋਹਣੀਆਂ ਅੱਖੀਆਂ ਵੇ ਤੇਰੀਆਂ ਮੋਰ ਤਿੰਨ ਰੰਗਾਂ ਵਿੱਚ ਮਿਲਦਾ ਏ, ਨੀਲਾ ਮੋਰ, ਹਰਾ ਮੋਰ ਸੋਹਣੀਆਂ ਅੱਖੀਆਂ ਅਤੇ ਚਿੱਟਾ ਮੋਰ। ਇਸ ਦਾ ਮੂਲ ਸਥਾਨ ਦੱਖਣ ਅਤੇ ਦੱਖਣ ਪੂਰਬੀ ਏਸ਼ੀਆ ਵਿੱਚ ਏ। ਹਰਾ ਮੋਰ ਉੱਤਰ ਪੂਰਬੀ ਇਲਾਕਿਆਂ ਵਿੱਚ ਅਤੇ ਨੀਲਾ ਮੋਰ 200 ਤੋਂ 1200 ਮੀਟਰ ਉਚਾਈ ਵਾਲੇ ਪੱਛਮੀ ਇਲਾਕਿਆਂ ਵਿੱਚ ਮਿਲਦਾ ਏ। ਪੰਜਾਬ ਵਿੱਚ ਨੀਲਾ ਮੋਰ ਹੀ ਹੁੰਦਾ ਏ, ਇਸ ਲਈ ਅੱਜ ਆਪਾਂ ਨੀਲੇ ਮੋਰ ਦੀ ਗੱਲ ਹੀ ਕਰਾਂਗੇ। ਫੇਸੀਆਨਿਡਾਈ ਪਰਿਵਾਰ ਦੇ ਜੀਅ ਮੋਰ ਦਾ ਵਿਗਿਆਨਕ ਨਾਮ ਪਾਵੋਕ੍ਰਿਸਟੇਟਸ ਏ। ਅੰਗਰੇਜ਼ੀ ਭਾਸ਼ਾ ਵਿੱਚ ਇਸ ਨੂੰ ਬਲੂ ਪਿਫਾਉਲ ਕਹਿੰਦੇ ਨੇ। ਸੰਸਕ੍ਰਿਤ ਭਾਸ਼ਾ ਵਿੱਚ ਇਸ ਨੂੰ ਮਯੂਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਇਸ ਨੂੰ ਇੰਡੀਅਨ ਪਿਫਾਉਨ ਅਤੇ ਪਿਕੌਕ ਜਿਹੇ ਨਾਮ ਵੀ ਦਿੱਤੇ ਗਏ ਨੇ। ਇਹ ਕੁੱਕੜਾਂ ਦੇ ਟੱਬਰ ਵਿੱਚੋਂ ਏ। ਆਪਣੇ ਟੱਬਰ ਦਾ ਇਹ ਸਭ ਤੋਂ ਕਦਾਵਰ ਮੈਂਬਰ ਏ। ਬਾਗ ਲਵਾਉਣੀਆਂ। ਪੰਜਾਬ ਵਿੱਚ ਮਿਲਣ ਵਾਲੇ ਮੋਰ, ਨਰ ਮੋਰ ਦਾ ਰੰਗ ਨੀਲਾ ਅਤੇ ਨੀਲੀ ਭਾ ਮਾਰਦਾ ਭੂਰਾ ਹੁੰਦਾ ਏ। ਛਾਤੀ ਅਤੇ ਗਰਦਨ ਦੇ ਖੰਭਾਂ ਦਾ ਰੰਗ ਚਮਕੀਲਾ ਨੀਲਾ ਅਤੇ ਸਿਰ ਤੇ ਪੱਖੀ ਵਰਗੀ ਕਲਗੀ ਹੁੰਦੀ ਏ। ਅੱਖਾਂ ਦੁਆਲੇ ਦੋ ਚਿੱਟੀਆਂ ਧਾਰੀਆਂ ਹੁੰਦੀਆਂ ਨੇ। ਪੂਛ ਦੇ ਛੋਟੇ ਖੰਭ ਭੂਰੇ ਅਤੇ ਲੰਮੇ ਖੰਭ ਗੂੜੇ ਨੀਲੇ ਰੰਗ ਦੇ ਗੋਲ ਨਿਸ਼ਾਨ ਬਣੇ ਹੁੰਦੇ ਨੇ। ਪੂਛ ਦੇ ਲੰਮੇ ਖੰਭਾਂ ਦੀ ਗਿਣਤੀ 200 ਦੇ ਕਰੀਬ ਹੁੰਦੀ ਏ। ਕਿਉਂ ਉੱਡ ਜਾਣੇ ਵੇ। ਮੋਰ ਦੀਆਂ ਪੀਲੇ ਰੰਗ ਦੀਆਂ ਲੱਤਾਂ ਖੁਰਦੜੀਆਂ ਅਤੇ ਮਜ਼ਬੂਤ ਹੁੰਦੀਆਂ ਨੇ। ਪੈਰਾਂ ਦੇ ਅੰਗੂਠੇ ਦਾ ਨੌਂ ਕੁੱਕੜਾਂ ਵਾਂਗ ਤਿੱਖਾ ਅਤੇ ਮਜ਼ਬੂਤ ਹੁੰਦਾ ਏ। ਸੋਹਣੇ ਇਹ ਬਹੁਤ ਤਿੱਖੀ ਆਵਾਜ਼ ਵਿੱਚ ਪਿਆਉ ਪਿਆਉ ਅਤੇ ਕੋਕ ਕੋਕ ਕਰਦਾ ਏ। ਬੇਸ਼ੱਕ ਬੇਸ਼ੱਕ ਮਨੁੱਖਾਂ ਸਮੇਤ ਤਕਰੀਬਨ ਹਰ ਜੀਵ ਦੀ ਮਾਦਾ ਨਰ ਨਾਲੋਂ ਸੋਹਣੀ ਹੁੰਦੀ ਏ, ਪਰ ਮੋਰ ਵਿੱਚ ਕੁਦਰਤ ਨੇ ਨਰ ਦਾ ਸਾਥ ਦਿੱਤਾ ਏ। ਮੋਰਨੀ ਨਾਲੋਂ ਮੋਰ ਕਿਤੇ ਵੱਧ ਸੋਹਣਾ ਹੁੰਦਾ ਏ। ਮੋਰਾਂ ਵਿੱਚ ਜੋੜਿਆਂ ਦੀ ਪਰੰਪਰਾ ਨਹੀਂ ਹੁੰਦੀ। ਇੱਕ ਮੋਰ ਦੇ ਪਰਿਵਾਰ ਵਿੱਚ 10-12 ਮੋਰਨੀਆਂ ਅਤੇ ਉਹਨਾਂ ਦੇ ਬੱਚੇ ਹੁੰਦੇ ਨੇ। ਸਾਰਾ ਪਰਿਵਾਰ ਇੱਕ ਵੱਡੇ ਰੁੱਖ ਤੇ ਜਾਂ ਨੇੜੇ ਨੇੜੇ ਵਾਲੇ ਰੁੱਖਾਂ ਤੇ ਰਹਿੰਦਾ ਏ। ਕਿਉਂ ਉੱਡ ਜਾਣੇ ਵੇ। ਜਵਾਨ ਮੋਰ ਤੜਕੇ ਆਥਣੇ ਪੈਲਾਂ ਪਾਉਂਦਾ ਏ, ਜਿਸ ਵਿੱਚ ਉਹ ਆਪਣੇ ਖੰਭ ਫੈਲਾ ਕੇ ਇੱਕ ਵਿਸ਼ੇਸ਼ ਰਿਦਮ ਵਿੱਚ ਝਟਕੇ ਮਾਰਦਾ ਹੋਇਆ ਨੱਚਦਾ ਏ। ਅਸਲ ਵਿੱਚ ਇਹ ਉਸ ਵੇਲੇ ਮੋਰਨੀਆਂ ਨੂੰ ਲੁਭਾਉਣ ਲਈ ਮਰਦਾਨਗੀ ਦਿਖਾ ਰਿਹਾ ਹੁੰਦਾ ਏ। ਜਦੋਂ ਮੋਰ ਪੈਲ ਪਾਉਂਦਾ ਏ ਤਾਂ ਉਸ ਦਾ ਮਾਣ ਰੱਖਣ ਦੀ ਨੇੜੇ ਤੇੜੇ ਦੀਆਂ ਮੋਰਨੀਆਂ ਉਸ ਕੋਲ ਆ ਜਾਂਦੀਆਂ ਨੇ। ਸਹਿਵਾਸ ਦੀ ਇੱਛਕ ਮੋਰਨੀ ਲਈ ਇਹ ਢੁਕਵਾਂ ਸਮਾਂ ਹੁੰਦਾ ਏ। ਮੋਰਨ ਦੇ ਕਾਰਨ ਨੀ
ਪਖੜੇ ਦੇ ਉੱਤੋਂ ਵੇ ਚੰਨ ਦੇ ਟੁਕੜੇ ਉੱਤੋਂ ਵੇ ਮੈਂ ਜਾਵਾਂ ਵਾਰੀ ਵੇ ਮੋਰਾ ਮੋਰਾ ਕਿਉਂ ਉੱਡ ਜਾਨੇ ਵੇ ਮੋਰਾ ਕਿਉਂ ਉੱਡ ਜਾਨੇ ਵੇ ਮੋਰਾ ਮੋਰ ਮੀਂਹ ਵਿੱਚ ਭਿੱਜਣ ਤੋਂ ਬਚਦਾ ਹੈ, ਮੀਂਹ ਵਿੱਚ ਨਹੀਂ ਭਿੱਜਦਾ ਕਿਉਂਕਿ ਮੋਰ ਦੇ ਖੰਭ ਭਾਰੀ ਹੋਣ ਦੇ ਕਾਰਨ ਫਿਰ ਇਸ ਨੂੰ ਤੁਰਨ ਦੇ ਵਿੱਚ ਔਖਿਆਈ ਆਉਂਦੀ ਹੈ ਜਦੋਂ ਉਹ ਭਿੱਜ ਜਾਂਦੇ ਨੇ। ਤਾਂ ਇਸ ਕਰਕੇ ਬੱਦਲਾਂ ਦੀ ਗਰਜ ਨੂੰ ਸੁਣ ਕੇ ਹੀ ਮੋਰ ਪਹਿਲਾਂ ਦੂਰੋਂ ਹੀ ਸ਼ੋਰ ਕਰਨਾ ਸ਼ੁਰੂ ਕਰ ਦਿੰਦਾ, ਕੂਕਣਾ ਸ਼ੁਰੂ ਕਰ ਦਿੰਦਾ। ਇਹ ਤੇ ਮੋਰ ਨੂੰ ਜ਼ਿਆਦਾਤਰ ਠੰਡਾ ਮੌਸਮ ਜ਼ਿਆਦਾ ਪਸੰਦ ਹੈ। ਮੋਰਨ ਦੇ ਕਾਰਨ ਨੀ ਮੈਂ ਚੀਰਾ ਰੰਗੋਨੀਆਂ। ਜਿਵੇਂ ਕਿ ਅਸੀਂ ਪਹਿਲਾਂ ਵੀ ਦੱਸਿਆ ਹੈ ਕਿ ਮੋਰ ਕੁੱਕੜ ਦੇ ਪਰਿਵਾਰ ਵਿੱਚੋਂ ਹੀ ਹੁੰਦੇ ਨੇ, ਇਸ ਲਈ ਬਹੁਤ ਸਾਰੇ ਲੋਕ ਮੋਰ ਦੇ ਬੱਚੇ ਮੁਰਗੀ ਤੋਂ ਕਢਵਾ ਲੈਂਦੇ ਨੇ। ਮੁਰਗੀ ਮੋਰ ਦੇ ਬੱਚਿਆਂ ਨੂੰ ਆਪਣੇ ਬੱਚੇ ਸਮਝ ਕੇ ਹੀ ਪਾਲਦੀ ਰਹਿੰਦੀ ਹੈ। ਮੋਰਨ ਦੇ ਕਾਰਨ ਨੀ ਮੈਂ ਚੀਰਾ ਰੰਗੋ। ਇੱਕ ਪ੍ਰਸਿੱਧ ਗੀਤ ਸੁਣੋ ਜਿਸ ਵਿੱਚ ਮੁਟਿਆਰ ਮੋਰ ਬਣ ਕੇ ਚਰੀ ਵਿੱਚੋਂ ਗਾਨੀ ਚੁੱਕ ਕੇ ਲਿਆਉਣ ਲਈ ਕਹਿੰਦੀ ਏ, ਜੋ ਚੱਕ ਲਿਆ ਮੋਰ ਬਣ ਕੇ ਮੇਰੀ ਡਿੱਗ ਪਈ ਚਰੀ ਦੇ ਵਿੱਚ ਗਾਨੀ। ਪਰ ਸੱਚਾਈ ਇਹ ਹੈ ਕਿ ਮੋਰ ਚਰੀ ਦੀ ਫਸਲ ਵਿੱਚ ਵੜ ਹੀ ਨਹੀਂ ਸਕਦਾ ਕਿਉਂਕਿ ਆਪਣੀ ਲੰਮੀ ਪੂਛ ਕਰਕੇ ਉਸ ਨੂੰ ਇਸ ਸੰਘਣੀ ਫਸਲ ਵਿੱਚੋਂ ਮੁੜਨਾ ਔਖਾ ਹੋ ਜਾਂਦਾ ਹੈ। ਬੰਨਣ ਦੇ ਵੇਲੇ ਮੇਰੀ ਮੋਰਾਂ ਦੀ ਸੁਣਨ ਸ਼ਕਤੀ ਆਮ ਪੰਛੀਆਂ ਨਾਲੋਂ ਜ਼ਿਆਦਾ ਮੰਨੀ ਜਾਂਦੀ ਹੈ। ਉੱਡ ਜਾਣੇ ਮੋਰਨੀਆਂ ਝਾੜੀਆਂ ਵਿੱਚ 4 ਤੋਂ 12 ਤੱਕ ਆਂਡੇ ਦਿੰਦੀਆਂ ਨੇ, ਜਿਨ੍ਹਾਂ ਵਿੱਚੋਂ 28 ਦਿਨਾਂ ਵਿੱਚ ਬੱਚੇ ਨਿਕਲ ਆਉਂਦੇ ਨੇ। 15 ਕੁ ਦਿਨਾਂ ਵਿੱਚ ਬੱਚੇ ਆਪਣੀ ਮਾਂ ਸਹਾਰੇ ਰਹਿੰਦੇ ਨੇ। ਇਹਨਾਂ ਦਿਨਾਂ ਵਿੱਚ ਉਹ ਆਪਣੀ ਮੰਮੀ ਦੀ ਪਿੱਠ ਤੇ ਬੈਠ ਕੇ ਝੂਟੇ ਮਾਟੇ ਵੀ ਲੈਂਦੇ ਰਹਿੰਦੇ ਨੇ। ਬੱਚੇ 3 ਸਾਲਾਂ ਵਿੱਚ ਪੂਰੀ ਤਰ੍ਹਾਂ ਵਿਕਸਿਤ ਹੋ ਜਾਂਦੇ ਨੇ। ਮੋਰ ਦੀ ਔਸਤ ਉਮਰ 15 ਤੋਂ 25 ਸਾਲ ਦੇ ਲਗਭਗ ਹੁੰਦੀ ਹੈ। ਨੀਲਾ ਮੋਰ ਭਾਰਤ ਤੇ ਸ਼੍ਰੀਲੰਕਾ ਦਾ ਰਾਸ਼ਟਰੀ ਪੰਛੀ ਹੈ ਤੇ ਬਰਮਾ ਦਾ ਰਾਸ਼ਟਰੀ ਚਿੰਨ੍ਹ ਵੀ ਮੋਰ ਦੀ ਸ਼ਕਲ ਦਾ ਹੈ। ਭਾਰਤ ਸਰਕਾਰ ਨੇ 26 ਜਨਵਰੀ 1963 ਨੂੰ ਮੋਰ ਨੂੰ ਭਾਰਤ ਦਾ ਰਾਸ਼ਟਰੀ ਪੰਛੀ ਘੋਸ਼ਿਤ ਕੀਤਾ ਸੀ। ਤੋਰ ਸ਼ਰਾਬੀ ਤੇਰੀ ਟੋਰ ਨਵਾਬੀ ਲੱਗਦਾ। ਮੋਰ ਦੇ ਕੁਦਰਤੀ ਝੜੇ ਹੋਏ ਖੰਭ ਦੇਸੀ ਦਵਾਈਆਂ ਬਣਾਉਣ ਤੋਂ ਬਿਨਾਂ ਘਰੇਲੂ ਲੋੜਾਂ ਤੇ ਸਜਾਵਟੀ ਵਸਤਾਂ ਬਣਾਉਣ ਦੇ ਕੰਮ ਵੀ ਆਉਂਦੇ ਨੇ। ਕਿਉਂ ਉੱਡ ਜਾਨੇ ਵੇ ਮੋਰ ਦੇ ਖੰਭਾਂ ਦੀਆਂ ਪੱਖੀਆਂ ਬਹੁਤ ਪਸੰਦ ਕੀਤੀਆਂ ਜਾਂਦੀਆਂ ਨੇ ਵੇ ਮੋਰਾ। ਪੰਜਾਬੀ ਜਨਜੀਵਨ ਦੇ ਵਿੱਚ ਜਿਵੇਂ ਅਸੀਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਮੋਰ ਦੀ ਬਹੁਤ ਮਹਾਨਤਾ ਹੈ। ਮੋਰ ਨੂੰ ਪੰਜਾਬੀ ਸੰਸਕ੍ਰਿਤੀ ਦੇ ਵਿੱਚ, ਭਾਰਤੀ ਸੰਸਕ੍ਰਿਤੀ ਦੇ ਵਿੱਚ ਇੱਕ ਪਵਿੱਤਰ ਪੰਛੀ ਮੰਨਿਆ ਜਾਂਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਸਮੇਤ ਬਹੁਤ ਸਾਰੇ ਧਾਰਮਿਕ ਗ੍ਰੰਥਾਂ ਤੇ ਮੋਰ ਦੇ ਖੰਭ ਝੁਲਾਏ ਜਾਂਦੇ ਨੇ। ਮੋਰੀ ਜੁਣ ਚੁਣ ਦਾਇਆ ਭੈਣੇ ਸਾਵਣ ਆਇਆ ਮੋਰੀ। ਮੋਰ ਵਿਦਿਆ ਦੀ ਦੇਵੀ ਸਰਸਵਤੀ ਦੀ ਸਵਾਰੀ ਏ, ਇਸ ਲਈ ਪੜ੍ਹਨ ਵਾਲੇ ਬੱਚੇ ਮੋਰ ਦੇ ਖੰਭਾਂ ਨੂੰ ਆਪਣੀਆਂ ਕਿਤਾਬਾਂ ਵਿੱਚ ਰੱਖਦੇ ਨੇ ਤਾਂ ਕਿ ਸਰਸਵਤੀ ਦੇਵੀ ਖੁਸ਼ ਹੋ ਕੇ ਪੜ੍ਹਾਈ ਲਈ ਆਸ਼ੀਰਵਾਦ ਦੇਵੇ। ਬਾਬਾ ਆਦਮ ਤੇ ਮਾਤਾ ਹਵਾ ਜਦ ਆਦਨ ਦੇ ਬਾਗ ਵਿੱਚੋਂ ਕੱਢੇ ਗਏ ਤਾਂ ਮੋਰ ਨੂੰ ਵੀ ਨਾਲ ਹੀ ਕੱਢਿਆ ਗਿਆ ਕਿਉਂਕਿ ਉਸਨੇ ਵੀ ਸੱਪ ਦਾ ਸਾਥ ਦਿੱਤਾ ਸੀ। ਇਹਨਾਂ ਨੇ ਰਲ ਕੇ ਮਾਈ ਹਵਾ ਨੂੰ ਬਿਰਜਿਤ ਫਲ ਲਈ ਉਕਸਾਇਆ ਸੀ। ਸਾਰੇ ਵੱਖ-ਵੱਖ ਥਾਈਂ ਸੁੱਟੇ ਗਏ। ਮੋਰ ਦੇ ਹਿੱਸੇ ਭਾਰਤ ਆਇਆ, ਉਸ ਨੂੰ ਇੱਥੇ ਸੁੱਟਿਆ ਗਿਆ। ਉਹ ਇੱਥੇ ਸੈਂਕੜੇ ਵਰੇ ਵਿਲਕਦਾ ਰਿਹਾ। ਇੱਕ ਧਾਰਨਾ ਇਹ ਹੈ ਕਿ ਜਿੱਥੇ ਮੋਰ ਦੇ ਖੰਭ ਹੋਣ ਉੱਥੇ ਸੱਪ ਨਹੀਂ ਆਉਂਦਾ, ਇਸ ਲਈ ਲੋਕ ਘਰਾਂ ਵਿੱਚ ਮੋਰ ਦੇ ਖੰਭ ਰੱਖਦੇ ਨੇ। ਪੰਜਾਬੀ ਬੁਝਾਰਤਾਂ ਵਿੱਚ ਵੀ ਮੋਰ ਦਾ ਜ਼ਿਕਰ ਏ। ਗੂੜੇ ਰੰਗ, ਸੁੰਦਰ ਬਦਨ, ਕੁਦਰਤ ਦਾ ਵਰਦਾਨ, ਸਿਰ ਤੇ ਉਸ ਦੇ ਤੇ ਕਲਗੀ ਸੋਂਦੀ 2 ਅੱਖਰ ਦਾ ਨਾਮ। ਮਾਏ ਨੀ ਇੱਕ ਜੋਗੀ ਆਇਆ, ਸਿਰ ਤੇ ਕਲਗੀ ਨਾਦ ਵਜਾਇਆ,
ਉਹਦੇ ਗੂੜੇ ਗੂੜੇ ਰੰਗ, ਇਹ ਅਚੰਬਾ ਅੱਖੀਂ ਡੇਠਾ, ਉਹਦੇ ਕੋਲ ਸੈਂਕੜੇ ਚੰਦ। ਮੋਰ ਸੋਹਣਾ ਪੰਛੀ ਹੋਣ ਕਰਕੇ ਮੁਟਿਆਰਾਂ ਆਪਣੇ ਪਤੀ ਜਾਂ ਪ੍ਰੇਮੀ ਦੀ ਤੁਲਨਾ ਮੋਰ ਨਾਲ ਕਰਦੀਆਂ ਨੇ। ਉਹਨਾਂ ਨੂੰ ਲੱਗਦਾ ਏ ਕਿ ਉਹਨਾਂ ਦਾ ਹਰ ਕਾਰਜ ਆਪਣੇ ਮੋਰ ਲਈ ਏ। ਮੋਰਨ ਦੇ ਕਾਰਨ ਨਹੀਂ ਮੈਂ ਕੈਂਠਾ ਕਢਾਉਣੀ ਆ, ਕੈਂਠਾ ਪਹਿਨਣ ਦੇ ਵੇਲੇ ਵੇ ਹੰਡਾਵਣ ਦੇ ਵੇਲੇ ਕਿਉਂ ਉੱਡ ਜਾਣਾ ਵੇ ਮੋਰਾ, ਮੋਰਾ ਕਿਉਂ ਉੱਡ ਜਾਣਾ ਵੇ ਮੋਰਾ, ਮੋਰਨ ਦੇ ਕਾਰਨ ਨਹੀਂ ਮੈਂ ਬਾਗ ਲਵਾਉਣੀ ਆ, ਬਾਗੀ ਘੁੰਮਣ ਦੇ ਵੇਲੇ ਕਲੀਆਂ ਚੁੰਮਣ ਦੇ ਵੇਲੇ ਕਿਉਂ ਉੱਡ ਜਾਣਾ ਵੇ ਮੋਰਾ, ਮੋਰਾ ਕਿਉਂ ਉੱਡ ਜਾਣਾ ਵੇ ਮੋਰਾ, ਮੋਰਨ ਦੇ ਕਾਰਨ ਨਹੀਂ ਮੈਂ ਚੀਰਾ ਰੰਗਾਉਣੀ ਆ, ਚੀਰਾ ਬੰਨਣ ਦੇ ਵੇਲੇ ਮੇਰੀਆਂ ਮੰਨਣ ਦੇ ਵੇਲੇ ਕਿਉਂ ਉੱਡ ਜਾਣਾ ਵੇ ਮੋਰਾ, ਮੋਰਾ ਕਿਉਂ ਉੱਡ ਜਾਣਾ ਵੇ ਮੋਰਾ, ਮੋਰਾ ਕਿਉਂ ਉੱਡ ਜਾਣਾ ਵੇ ਮੋਰਾ। ਇਸ ਦੇ ਸਿਰ ਉੱਪਰ ਤਾਜ ਵਰਗੀ ਮਹਿਸੂਸ ਹੋਣ ਵਾਲੀ ਕਲਗੀ ਇਸ ਦੇ ਪੰਛੀਆਂ ਦਾ ਰਾਜਾ ਹੋਣ ਬਾਰੇ ਭਾਰਤੀ ਲੋਕਾਂ ਦੀ ਅਨੁਭੂਤੀ ਦੀ ਪੁਸ਼ਟੀ ਕਰਦਾ ਜਾਪਦਾ ਏ। ਅਜਿਹੇ ਮੋਰ ਨੂੰ ਕਲਹਿਰੀ ਮੋਰ ਦਾ ਨਾਮ ਦਿੱਤਾ ਜਾਂਦਾ ਏ। ਲਿਆ ਦਿਓਰਾ ਤੇਰਾ ਕੁੜਤਾ ਧੋਦਿਆਂ ਪਾ ਕੇ ਕਲਮੀ ਸ਼ੋਰਾ, ਵਿੱਚ ਭਰਜਾਈਆਂ ਦੇ ਬੋਲ ਕਲਹਿਰੀਆ ਮੋਰਾ। ਮੋਹਰਨ ਦੇ ਕਾਰਨ ਨੀ ਮੈਂ ਔਰਤ ਕਿਉਂਕਿ ਮਰਦ ਨਾਲੋਂ ਜ਼ਿਆਦਾ ਸੰਵੇਦਨਸ਼ੀਲ ਹੁੰਦੀ ਏ, ਇਸ ਲਈ ਔਰਤ ਦੀ ਸੁਹਜ ਤੇ ਸੁੰਦਰਤਾ ਨਾਲ ਜੁੜੀ ਰੂਹ ਪੰਛੀਆਂ ਨਾਲ ਵੀ ਸੰਵਾਦ ਰਚਾ ਲੈਂਦੀ ਏ। ਪੰਜਾਬੀ ਲੋਕ ਕਾਵਿ ਵੀ ਅਜਿਹੇ ਸੰਵਾਦਾਂ ਨਾਲ ਭਰਪੂਰ ਏ। ਪੰਛੀਆਂ ਵਿੱਚ ਘੁੱਗੀ, ਕਬੂਤਰ, ਕਾਂ, ਚਿੜੀਆਂ, ਤੋਤਾ ਮੈਨਾ, ਤਿੱਤਰ ਬਟੇਰ ਤੇ ਕੂੰਜਾਂ ਆਦਿ ਤੋਂ ਬਿਨਾਂ ਮੋਰ ਮੋਰਨੀ ਦੀ ਗੱਲ ਵੀ ਕੀਤੀ ਜਾਂਦੀ ਏ। ਰਲ ਆਓ ਸਈਓ ਨੀ ਸਪੇਤੀਆਂ ਖੇਡਣ ਜਾਈਏ, ਹੁਣ ਆ ਗਿਆ ਸਾਵਣ ਨੀ ਪੀਂਗਾ ਪਿਪਲੀ ਜਾ ਕੇ ਪਾਈਏ, ਪਈ ਕੂ ਕੂ ਕਰਦੀ ਨੀ ਸਈਓ ਕੋਇਲ ਹੰਝੂ ਡੋਲੇ, ਪਪੀਹਾ ਦੇਖੋ ਨੀ ਪੈੜਾ ਪਿਆ ਪਿਆ ਬੋਲੇ, ਲੈ ਪਹਿਲਾਂ ਪਾਉਂਦੇ ਨੀ ਬਾਗੀ ਮੋਰਾ ਸ਼ੋਰ ਮਚਾਇਆ ਨੀ, ਖਿੜ ਖਿੜ ਫੁੱਲਾਂ ਨੇ ਸਾਨੂੰ ਮਾਇਆ ਯਾਦ ਕਰਾਇਆ ਨੀ, ਖਿੜ ਖਿੜ ਫੁੱਲਾਂ ਨੇ ਸਾਨੂੰ ਮਾਇਆ ਯਾਦ ਕਰਾਇਆ। ਪੰਜਾਬੀ ਲੋਕ ਕਾਵਿ ਆਪਣੀਆਂ ਪਰਤਾਂ ਵਿੱਚ ਬਹੁਤ ਡੂੰਘੇ ਅਰਥ ਸਮੋਈ ਬੈਠਾ ਏ। ਮੋਰਨ ਲਈ ਨਹਿਰ ਕਿਨਾਰੇ ਬਾਗ ਲਵਾਉਣੀਆਂ, ਬਾਗੀ ਘੁੰਮਣ ਦੇ ਵੇਲੇ ਤਲੀਆਂ ਚੁੰਮਣ ਦੇ ਵੇਲੇ ਕਿਉਂ ਉੱਡ ਜਾਣੈ ਵੇ ਮੋਰਾ। ਮੋਰਨ ਦੇ ਕਾਰਨ ਨੀ ਮੈਂ ਬਾਗ ਲਵਾਉਣੀ ਆ, ਮੋਰਨ ਦੇ ਕਾਰਨ ਨੀ ਮੈਂ ਬਾਗ ਲਵਾਉਣੀ ਆ, ਬਾਗੀ ਘੁੰਮਣ ਦੇ ਵੇਲੇ ਕਲੀਆਂ ਚੁੰਮਣ ਦੇ ਵੇਲੇ ਕਿਉਂ ਉੱਡ ਜਾਣੈ ਵੇ ਮੋਰਾ, ਮੋਰਾ ਕਿਉਂ ਉੱਡ ਜਾਣੈ ਵੇ
ਦੀ ਮਨਮੋਹਕ ਤੌਰ ਦੇ ਚਰਚੇ ਲੋਕ ਕਾਵਿ ਵਿੱਚ ਆਮ ਮਿਲਦੇ ਨੇ, ਜਿਵੇਂ ਮਿਰਗਾਂ ਵਰਗੇ ਨੈਣ ਤੇਰੇ ਤੇ ਮੋਰਾਂ ਵਰਗੀ ਤੋਰ। ਪੰਜਾਬੀ ਦੋਹਿਆਂ ਵਿੱਚ ਮੋਰ ਦਾ ਵਰਣਨ ਆਮ ਮਿਲਦਾ ਏ। ਗੱਡੀ ਵੇ ਵੀਰਾ ਤੇਰੀ ਰੁਣ ਝੁਣੀ, ਵੇ ਕੋਈ ਬੈਲ ਕਲਹਿਰੀ ਮੋਰ, ਬਾਗਾਂ ਦੇ ਵਿੱਚ ਕੋਇਲ ਬੋਲਦੀ, ਵੇ ਮਹਿਲੀ ਕੂਕਣ, ਵੇ ਵੀਰਨ ਮੇਰਿਆ ਮੋਰ। ਗੱਡੀ ਵੇ ਤੇਰੀ ਰੁਣ ਝੁਣੀ, ਵੀਰਾ ਕੋਈ ਬੈਲ ਕਲਹਿਰੀ, ਵੇ ਮੋਰ ਬਾਗਾਂ ਦੇ ਵਿੱਚ ਕੋਲ ਬੋਲੇ ਕੋਈ ਮੈਲੀ ਕੂਕਣ, ਵੇ ਵੀਰਨ ਮੇਰਿਆ ਮੋਰ। ਕਦੇ ਮੋਰ ਨੂੰ ਕਿਹਾ ਜਾਂਦਾ ਏ ਤੋਰ ਪੰਜਾਬਣ ਦੀ ਸਿੱਖ ਲੈ ਕਲਹਿਰੀਆ ਮੋਰਾ। ਸਦਕੇ ਜਾਈਏ ਲੋਕ ਗੀਤ ਸਿਰਜਣ ਵਾਲੀਆਂ ਦੇ, ਜਿਹੜੀਆਂ ਆਪਣੇ ਅੰਦਰ ਦੀ ਪੀੜ ਨੂੰ ਸਾਦੇ ਤੇ ਸੋਹਣੇ ਸ਼ਬਦਾਂ ਵਿੱਚ ਢਾਲਦੀਆਂ ਨੇ। ਮੋਹਰਨ ਦੇ ਕਾਰਨ ਨੀ ਮੈਂ ਚੀਰਾ ਰੰਗਾਉਣੀਆਂ, ਮੋਹਰਨ ਦੇ ਕਾਰਨ ਨੀ ਮੈਂ ਚੀਰਾ ਰੰਗਾਉਣੀਆਂ, ਚੀਰਾ ਬੰਨਣ ਦੇ ਵੇਲੇ ਮੇਰੀਆਂ ਮੰਨਣ ਦੇ ਵੇਲੇ ਕਿਉਂ ਉੱਡ ਜਾਣੇ ਵੇ ਮੋਰਾ, ਮੋਰਾ ਕਿਉਂ ਉੱਡ ਜਾਣੇ ਵੇ ਮੋਰਾ, ਕਿਉਂ ਉੱਡ ਜਾਣੇ ਵੇ ਮੋਰਾ, ਕਿਉਂ ਬੈਠਾ ਏ। ਮੁਟਿਆਰ ਆਪਣੇ ਮਾਹੀ ਨੂੰ ਮੋਰ ਨਾਲ ਸੰਬੋਧਨ ਕਰਕੇ ਦਿਲ ਦੀ ਹੂਕ ਬੋਲੀ ਰਾਹੀਂ ਸੁਣਾਉਂਦੀ ਏ। ਜੇ ਤੂੰ ਸਿਪਾਹੀਆ ਗਿਆ ਲਾਮ ਨੂੰ, ਲਾ ਕੇ ਹੱਡਾਂ ਨੂੰ ਝੋਰਾ, ਬਿਰਹੋਂ ਹੱਡਾਂ ਨੂੰ ਇਉਂ ਖਾ ਜਾਊ ਜਿਉਂ ਛੋਲਿਆਂ ਨੂੰ ਢੋਰਾ, ਜੰਗ ਨੂੰ ਨਾ ਜਾਵੀਂ ਵੇ ਬਾਗਾਂ ਦਿਆ ਮੋਰਾ। ਮੋਹਰਨ ਦੇ ਕਾਰਨ ਨੀ ਮੈਂ। ਸਾਉਣ ਦੇ ਮਹੀਨੇ ਵਾਲੀ ਬੋਲੀ ਵਿੱਚ ਮੋਰ ਦਾ ਜ਼ਿਕਰ ਨਾ ਹੋਵੇ ਤਾਂ ਬੋਲੀ ਸੌਂਦੀ ਹੀ ਨਹੀਂ। ਅੱਗੇ ਦੱਸੀ ਜਾ ਰਹੀ ਬੋਲੀ ਨਾਲ ਕੁੜੀਆਂ ਗਿੱਧੇ ਵਿੱਚ ਧਮਾਲਾਂ ਪਾਉਂਦੀਆਂ ਨੇ। ਸਾਉਣ ਦਾ ਮਹੀਨਾ ਬਾਗਾਂ ਵਿੱਚ ਬੋਲਣ ਮੋਰ ਵੇ, ਮੈਂ ਨੀ ਸਹੁਰੇ ਜਾਣਾ ਗੱਡੀ ਨੂੰ ਖਾਲੀ ਮੋੜ ਵੇ। ਮੋਰਨ ਦੇ ਕਾਰਨ ਨੀ। ਸਾਉਣ ਦੇ ਮਹੀਨੇ ਜਦੋਂ ਮੀਂਹ ਪੈਂਦੇ ਵਿੱਚ ਪੁਰੇ ਦੀ ਹਵਾ ਵਗਦੀ ਏ ਤਾਂ ਹਾੜ ਮਹੀਨੇ ਵਿੱਚ ਗਰਮੀ ਦੀਆਂ ਸਤਾਈਆਂ ਰੂਹਾਂ ਮਸਤ ਹੋ ਜਾਂਦੀਆਂ ਨੇ। ਜਦੋਂ ਕੋਈ ਬੱਦਲ ਆਕਾਸ਼ ਤੇ ਗੱਜਦਾ, ਇੱਕਾ ਜਿਹਾ ਦਿਲ ਮੇਰਾ ਤੱਕ ਤੱਕ ਵੱਜਦਾ, ਮੋਰਾ ਰੁਣ ਰੁਣ ਲਾਈ ਗਈ ਰੁੱਤ ਟੂਣੇ ਹਾਰੀਆ, ਖਾਲੀ ਨਾ ਗਾਣੇ ਜੋਗੀ ਬਿਨ ਵਜਾਵੇ, ਖਾਲੀ ਨਾ ਗਾਣੇ। ਪਿੰਡਾਂ ਵਿੱਚ ਔਰਤਾਂ ਮੋਰ ਦੇ ਖੰਭਾਂ ਦੀਆਂ ਕੱਤਣੀਆਂ ਬਣਾਉਂਦੀਆਂ ਸਨ। ਕੱਤਣੀ ਨਾਲ ਜੁੜੀਆਂ ਇੱਕ ਤੁਕੀਆਂ ਬੋਲੀਆਂ ਵਿੱਚ ਮੁਟਿਆਰ ਮੋਰ ਨੂੰ ਕਹਿੰਦੀ ਏ, ਕੱਤਣੀ ਦੀ ਤੀਲ ਟੁੱਟ ਗਈ, ਖੰਭ ਸੁੱਟ ਜਾ ਕਲਹਿਰੀਆ ਮੋਰਾ। ਕੋਈ ਦੂਜੀ ਨਰਮ ਦਿਲ ਮੁਟਿਆਰ ਉਸ ਨੂੰ ਟੋਕਦੀ ਏ, ਅੱਗ ਲੱਗੇ ਕੱਤਣੀ ਨੂੰ, ਜਿਉਂਦੇ ਮੋਰ ਦਾ ਪਾਪ ਨਹੀਂ ਲੈਣਾ। ਕਿਧਰੇ ਕੋਈ ਚੋਬਰ ਚਰਖਾ ਕੱਤਣ ਵਾਲੀ ਨੂੰ ਕਹਿੰਦਾ ਏ, ਚੀਕੇ ਚਰਖਾ ਬਿਸ਼ਨੀਏ ਤੇਰਾ, ਲੋਕਾਂ ਭਾਣੇ ਮੋਰ ਬੋਲਦਾ। ਇਸ ਲੋਕ ਗੀਤ ਦੇ ਬੋਲ ਪ੍ਰਵਾਸ ਦਾ ਦਰਦ ਹੰਢਾ ਰਹੇ ਪੰਜਾਬੀਆਂ ਉੱਪਰ ਸਹੀ ਢੁਕਦੇ ਨੇ। ਕਹਿੰਦੇ ਮੋਰ ਪੁਛੇਂਦੇ ਕੁੰਜਾਂ ਕੋਲੋਂ, ਤੁਸਾਂ ਨਿੱਤ ਪਰਦੇਸ ਤਿਆਰੀ, ਜਾਂ ਤਾਂ ਤੁਹਾਡਾ ਵਤਨ ਕੁਚੱਜੜਾ, ਜਾਂ ਲੇਖੀ ਨਿੱਤ ਉਡਾਰੀ, ਬਚੜੇ ਛੋੜ ਪਰਦੇਸਣ ਹੋਈਓ, ਤੁਸਾਂ ਉਮਰ ਬਿਹਾ ਲਈ ਸਾਰੀ, ਮੋਰਾਂ ਨੂੰ ਸਮਝਾਉਣ ਲੱਗੀਆਂ ਕੁੰਜਾਂ ਵਾਰੋ ਵਾਰੀ, ਧੁਰੋਂ ਲਿਖੀਆਂ ਨੂੰ ਕੋਈ ਮੇਟ ਨਹੀਂ ਸਕਦਾ, ਸਭ ਦਾਤੇ ਚੋਗ ਖਿਲਾਰੀ। ਕੈਂਠਾ ਪਹਿਨਣ ਦੇ ਵੇ। ਸਦਰਦੀਨ ਜਗਰਾਵਾਂ ਵਾਲੇ ਦਾ ਲਿਖਿਆ ਹੋਇਆ ਤੇ ਫਜ਼ਲ ਮੁਹੰਮਦ ਟੁੰਡਾ ਤੇ ਸਦੀਕ ਮੁਹੰਮਦ ਔੜੀਆ ਨੇ ਗਾਇਆ ਇੱਕ ਪ੍ਰਸਿੱਧ ਗੀਤ ਏ, ਜਿਹਦੇ ਵਿੱਚ ਸ਼ਾਇਰ ਨੇ ਬੁੱਤ ਨੂੰ ਮੋਰ ਨਾਲ ਤਸ਼ਬੀਹ ਦਿੰਦਿਆਂ ਰੂਹ ਤੇ ਬੁੱਤ ਦਾ ਜ਼ਿਕਰ ਬਾ ਕਮਾਲ ਕੀਤਾ ਏ। ਰੂਹ ਬੁੱਤ ਨੂੰ ਕਲਹਿਰੀਆ ਮੋਰਾ ਕਹਿੰਦੀ ਹੋਈ ਨਾਸ਼ਵਾਨ ਜੀਵਨ ਦਾ ਯਥਾਰਥ ਬਿਆਨ ਕਰਦੀ ਏ। ਬੁੱਤ ਨਿਮਾਣੇ ਨੂੰ ਹਰ ਵੇਲੇ ਰੂਹ ਇਹੋ ਗੱਲ ਕਹਿੰਦੀ, ਕਲਹਿਰੀਆ ਮੋਰਾ ਵੇ ਮੈਂ ਨਾ ਤੇਰੇ ਰਹਿੰਦੀ।
ਮੋਰਾ ਵੇ ਹੁਣ ਮੈਂ ਨਾ ਤੇਰੇ ਰਹਿੰਦੀ ਕਲੜੀਆ ਮੋਰਾ ਵੇ ਹੁਣ ਮੈਂ ਨਾ ਤੇਰੇ ਰਹਿੰਦੀ ਉਹ ਕਹਿੰਦੀ ਬੁੱਤ ਧੋਖਾ ਕੀਤਾ ਆਪਣਾ ਮੇਰੀ ਨਕਾਈ ਵੇ ਉਹ ਮੱਲੋ ਮੱਲੀ ਵਾਰਸ ਮੇਰੇ ਮੈਂ ਲੜ ਤੇਰੇ ਲਾਈ ਵੇ ਉਹ ਧੱਕੋ ਧੱਕੀ ਚਾੜਿਆ ਮੈਨੂੰ ਮੈਂ ਨੀ ਸੀ ਡੋਰੇ ਪੈਂਦੀ ਕਲੜੀਆ ਮੋਰਾ ਵੇ ਹੁਣ ਮੈਂ ਨਾ ਤੇਰੇ ਰਹਿੰਦੀ ਕਲੜੀਆ ਮੋਰਾ ਵੇ ਹੁਣ ਮੈਂ ਨਾ ਤੇਰੇ ਰਹਿੰਦੀ ਧੀ ਤੇ ਉਸ ਦੇ ਪੇਕੇ ਪਰਿਵਾਰ ਦੀ ਮਨ ਦੀ ਵੇਦਨਾ ਪੰਜਾਬੀ ਲੋਕ ਗੀਤ ਵਿੱਚ ਇਸ ਤਰ੍ਹਾਂ ਕੀਤੀ ਗਈ ਹੈ, ਜਿਸ ਵਿੱਚ ਸੌਣ ਮਹੀਨੇ ਦੂਰ ਵਿਆਹੀ ਧੀ ਨੂੰ ਨਾ ਲਿਆ ਸਕਣ ਦਾ ਦਰਦ ਏ। ਮੋਰਾਂ ਨੇ ਪਹਿਲਾਂ ਪਾ ਲਈਆਂ, ਬਾਬਲ ਛਮ ਛਮ ਰੋਵੇ। ਮੋਰਾਂ ਨੇ ਪਹਿਲਾਂ ਪਾ ਲਈਆਂ, ਬਾਬਲ ਸ਼ਮ ਸ਼ਮ ਰੋਵੇ। ਨਾ ਰੋ ਮੇਰਿਆ ਬਾਬਲਾ, ਧੀਆਂ ਤਨ ਵੇ ਪਰਾਇਆ। ਮੋਰਾਂ ਨੇ ਪਹਿਲਾਂ ਪਾ ਲਈਆਂ, ਬਾਬਲ ਸ਼ਮ ਸ਼ਮ ਰੋਵੇ। ਨਾ ਰੋ ਮੇਰਿਆ ਬਾਬਲਾ, ਧੀਆਂ ਤਨ ਵੇ ਪਰਾਇਆ। ਇੱਕ ਧੀਆਂ ਦੀ ਬੇਨਤੀ, ਸਾਨੂੰ ਦੂਰ ਨਾ ਜਾਇਓ। ਦੂਰਾਂ ਦੇ ਪਰਮਿਟ, ਦੂਰ ਦੇ ਸਾਥੋਂ ਮਿਲਿਆ ਨਾ ਜਾਵੇ। ਮੋਰਾਂ ਨੇ ਪਹਿਲਾਂ ਤੇਰੀਆਂ ਸੋਹਣੀਆਂ ਅੱਖੀਆਂ ਵੇ ਤੇਰੀ। ਇੱਕ ਵੇਦਨਾਮਈ ਗੀਤ ਦੀਆਂ ਲਾਈਨਾਂ ਇਸ ਤਰ੍ਹਾਂ ਨੇ। ਸੁਣ ਵੇ ਬਾਗ ਦਿਆ ਬਾਗ ਬਗੀਚਿਆ, ਸੁਣ ਵੇ ਬਾਗ ਦਿਆ ਮਾਲੀ, ਹੋਰਾਂ ਦੇ ਬਾਗੀ ਮੋਰ ਬੋਲਦੇ, ਤੇਰਾ ਬਾਗ ਕਿਉਂ ਖਾਲੀ। ਡੋਂਗੀਆਂ ਰਮਜਾਂ ਤੇਰੀਆਂ। ਸੌਣ ਮਹੀਨੇ ਵਿੱਚ ਵਿਯੋਗੀ ਰੂਹਾਂ ਦਾ ਆਪਣਾ ਵੱਖਰਾ ਸੌਣ ਹੁੰਦਾ ਏ, ਜਿਸ ਵਿੱਚ ਹੰਝੂਆਂ ਦੀ ਝੜੀ ਅੱਖਾਂ ਵਿੱਚੋਂ ਲੱਗਦੀ ਏ। ਅਜਿਹੇ ਸਮੇਂ ਨੂੰ ਪੰਜਾਬੀ ਗਾਇਕ ਨਛੱਤਰ ਛੱਤੇ ਨੇ ਬਾਖੂਬੀ ਬਿਆਨ ਕੀਤਾ ਏ। ਕੱਲ ਵੇਖਿਆ ਸੀ ਮੋਰ ਪਰ ਪਾਵਦਾ ਕੋਲ ਜਦੋਂ ਮੋਰਨੀ ਖੜੀ, ਸਾਡੇ ਦਿਲ ਦੀ ਬੁਝੀ ਨਾ ਅੱਗ ਸੱਜਣਾ ਵੇ ਹੰਝੂਆਂ ਦੀ ਲੱਗ ਕੇ ਟੜੀ ਵੇ। ਸਾਡੇ ਰੂਪ ਦੀ ਚਮੇਲੀ ਅੱਗ ਲੱਗੜੀ ਸੋਹਣਿਆ ਸੱਜਣਾ, ਸਾਡੇ ਰੂਪ ਦੀ ਚਮੇਲੀ ਅੱਗ ਲੱਗੜੀ ਤੂੰ ਸੂਤੀ ਰੁੱਤ ਆ ਕੇ ਖਿੜ ਗਈ ਵੇ। ਜਦੋਂ ਪੀਂਦੇ ਹਲਾਰੇ ਨਾਲ ਸੋਹਣਿਆ ਦੇਖਣੀ ਮੇਰੀ ਸੌਣ ਵੇਖ ਕੇ ਹੋਕਾ ਲਵੇਗਾ ਮੇਰਾ ਦਿਲ ਜਾਨੀ। ਵੇ ਚੱਕ ਲਿਆ ਮੋਰ ਬਣ ਕੇ ਮੇਰੀ ਡਿੱਗ ਪਈ ਤੇਰੀ ਦੇ ਵਿੱਚ ਜਾਨੀ। ਤੇਰੀਆਂ ਸੋਹਣੀਆਂ ਅੱਖੀਆਂ ਵੇ ਤੇਰੀਆਂ, ਡੋਂਗੀਆਂ ਰਮਜਾਂ ਤੇਰੀਆਂ। ਸੋਹਣੀਆਂ ਅੱਖੀਆਂ ਵੇ ਤੇਰੀਆਂ, ਡੋਂਗੀਆਂ ਰਮਜਾਂ ਤੇਰੀਆਂ। ਸੋਹਣੀਆਂ ਅੱਖੀਆਂ ਵੇ ਤੇਰੀਆਂ, ਡੋਂਗੀਆਂ ਰਮਜਾਂ ਨੇ ਮੈਂ ਮੋਹ ਲਈ ਵੇ ਮੋਰਾ। ਮੋਰਾ ਤੈ ਮੈਂ ਮੋਹ ਲਈ ਵੇ ਮੋਰਾ, ਤੈ ਮੈਂ ਮੋਹ ਲਈ ਵੇ ਮੋਰਾ। ਮੋਰਨ ਲਈ ਨਹਿਰ ਕਿਨਾਰੇ ਬਾਗ ਲਵਾਉਣੀਆਂ, ਮੋਰਨ ਲਈ ਨਹਿਰ ਕਿਨਾਰੇ ਬਾਗ ਲਵਾਉਣੀਆਂ। ਬਾਗੀ ਘੁੰਮਣ ਦੇ ਵੇਲੇ
कलियां चुम्मण दे वेले क्यों उड़ जाने वे मोरा मोरा क्यों उड़ जाने वे मोरा क्यों उड़ जाने वे मोरा।